ਸਤਿ ਸ੍ਰੀ ਅਕਾਲ, ਸਵਾਗਤ ਹੈ ਤੁਹਾਡਾ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਮੈਂ ਹਾਂ ਨਵਜੋਤ ਕੌਰ। ਤਾਂ ਬਜਟ ਦੇਸ਼ ਦਾ ਆ ਚੁੱਕਾ ਹੈ ਤੇ ਬਜਟ ਦੇ ਵਿੱਚ ਕੀ ਕੁਝ ਖਾਸ ਰਿਹਾ ਹੈ ਉਹ ਤੁਹਾਨੂੰ ਦੱਸਾਂਗੇ। ਸ਼ੁਰੂਆਤ ਕਰਾਂਗੇ, ਹਰ ਇੱਕ ਪੁਆਇੰਟ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਕਿ ਹੈਲਥ ਸੈਕਟਰ ਤੋਂ ਲੈ ਕੇ ਕਿਸਾਨਾਂ ਤੱਕ ਨੂੰ ਕੀ ਕੁਝ ਮਿਲਿਆ ਇਸ ਬਜਟ ਦੇ ਵਿੱਚ। ਪਰ ਵੱਡੀ ਖਬਰ ਦੇ ਨਾਲ ਸ਼ੁਰੂਆਤ ਕਰਨ ਜਾ ਰਹੇ ਹਾਂ। ਵੱਡੀ ਖਬਰ ਅੱਜ ਦੀ ਇਹੀ ਹੈ ਕਿ ਟੈਕਸ ਪੇਅਰਸ ਨੂੰ ਕੋਈ ਰਾਹਤ ਨਹੀਂ ਮਿਲੀ ਹੈ, ਕੋਈ ਸਲੈਬ ਦੇ ਵਿੱਚ ਬਦਲਾਅ ਨਹੀਂ ਕੀਤਾ ਗਿਆ ਹੈ। ਤੇ ਨਾਲ ਹੀ ਰਾਹਤ ਉਹਨਾਂ ਲੋਕਾਂ ਨੂੰ ਵੀ ਜਿਨ੍ਹਾਂ ਦੀ ਉਮਰ 75 ਸਾਲ ਤੋਂ ਜ਼ਿਆਦਾ ਹੈ, ਜੋ ਸੀਨੀਅਰ ਸਿਟੀਜ਼ਨਸ ਨੇ, ਉਹਨਾਂ ਨੂੰ ਵੀ ਰਾਹਤ ਦਿੱਤੀ ਗਈ ਹੈ। ਯਾਨੀ ਕਿ ਉਹ ਹੁਣ ਇਸ ਟੈਕਸ ਪੇਇੰਗ ਸਲੌਟ ਤੋਂ ਬਾਹਰ ਨੇ, ਯਾਨੀ ਉਹਨਾਂ ਨੂੰ ਕੋਈ ਇਨਕਮ ਟੈਕਸ ਰਿਟਰਨ ਨਹੀਂ ਭਰਨਾ ਹੋਵੇਗਾ। ਯਾਨੀ ਕਿ ਉਹ ਲੋਕ, ਉਹ ਬਜ਼ੁਰਗ ਜੋ ਸੀਨੀਅਰ ਸਿਟੀਜ਼ਨਸ ਜੋ 75 ਸਾਲ ਤੋਂ ਵੱਧ ਦੀ ਉਮਰ ਦੇ ਨੇ, ਉਹਨਾਂ ਨੂੰ ਹੁਣ ਕੋਈ ਇਨਕਮ ਟੈਕਸ ਰਿਟਰਨ ਨਹੀਂ ਭਰਨਾ ਹੋਵੇਗਾ। ਤਾਂ ਵੱਡੀ ਖਬਰ ਅੱਜ ਦੇ ਦਿਨ ਦੀ ਤੁਹਾਨੂੰ ਦੱਸ ਦਈਏ ਕਿ ਦੇਸ਼ ਦਾ ਬਜਟ ਜਿਸ ਦਾ ਇੰਤਜ਼ਾਰ ਹੁੰਦਾ ਹਰ ਸਾਲ ਤੋਂ ਬਜਟ ਆ ਚੁੱਕਿਆ ਤੇ ਉਸ ਬਜਟ ਦੇ ਵਿੱਚ ਕੀ ਕੁਝ ਖਾਸ ਅਹਿਮ ਗੱਲਾਂ ਨੇ ਉਹ ਹਰ ਇੱਕ ਪੁਆਇੰਟ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਨਾਲ ਸਮਝਣ ਦੀ ਮਾਹਰਾਂ ਤੋਂ ਵੀ ਕੋਸ਼ਿਸ਼ ਕਰਾਂਗੇ ਕਿ ਆਖਿਰ ਇਸ ਬਜਟ ਨੂੰ ਕਿਸ ਤਰੀਕੇ ਨਾਲ ਸਮਝਿਆ ਜਾਵੇ। ਇਸ ਬਜਟ ਨੂੰ ਕਿ ਵਾਕਈ ਹੀ ਕੋਵਿਡ ਦੇ ਦੌਰਾਨ ਜੋ ਕੁਝ ਅਸੀਂ ਦੇਖਿਆ ਪੂਰੇ ਦੇਸ਼ ਨੇ ਉਸ ਤੋਂ ਬਾਹਰ ਨਿਕਲਣ ਵਾਲਾ ਬਜਟ ਹੈ। ਸਾਡੀ ਜੀਡੀਪੀ ਨੂੰ ਕਿ ਇੱਕ ਤਰੀਕੇ ਨਾਲ ਉਸਦੇ ਰਿਵਾਈਵਲ ਦੇ ਲਈ ਕਾਮਯਾਬ ਹੋਏਗਾ, ਕਿਸ ਤਰੀਕੇ ਨਾਲ ਸਮਝਿਆ ਜਾਵੇ, ਕਿਸਾਨਾਂ ਦੇ ਲਈ ਕੀ ਹੈ, ਹੈਲਥ ਸੈਕਟਰ ਦੇ ਲਈ ਕੀ ਹੈ, ਇੱਕ ਇੱਕ ਪੁਆਇੰਟ ਅਸੀਂ ਤੁਹਾਨੂੰ ਦੱਸਾਂਗੇ। ਪਰ ਵੱਡੀ ਖਬਰ ਜੋ ਹੈ ਇਸ ਸਮੇਂ ਉਹ ਤੁਹਾਨੂੰ ਦੱਸਦੇ ਹਾਂ। ਸਭ ਤੋਂ ਪਹਿਲਾਂ ਕਿਉਂਕਿ ਬਜਟ ਦੇ ਵਿੱਚ ਸਭ ਤੋਂ ਜ਼ਿਆਦਾ ਨਜ਼ਰ ਕਿਸ ਦੇ ਉੱਤੇ ਹੁੰਦੀ ਹੈ, ਜੋ ਲੋਕ ਟੈਕਸ ਪੇ ਕਰਦੇ ਨੇ ਉਹਨਾਂ ਦੀ ਬਹੁਤ ਉਮੀਦਾਂ ਹੁੰਦੀਆਂ ਨੇ ਕਿ ਸਾਨੂੰ ਕੋਈ ਨਾ ਕੋਈ ਕਿਸੇ ਤਰੀਕੇ ਦੀ ਰਾਹਤ ਦਿੱਤੀ ਜਾਏਗੀ। ਤਾਂ ਪੁਆਇੰਟ ਨੰਬਰ 1 ਕਿ ਟੈਕਸ ਸਲੈਬ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। 2.5 ਲੱਖ ਤੱਕ ਦੀ ਪਹਿਲਾਂ ਛੋਟ ਸੀ, 5 ਲੱਖ ਤੋਂ ਥੱਲੇ ਵਾਲਿਆਂ ਨੂੰ ਜੋ ਨਹੀਂ ਸੀ ਟੈਕਸ ਭਰਨਾ ਹੁੰਦਾ ਹੁਣ ਵੀ ਉਸ ਤਰੀਕੇ ਨਾਲ ਹੀ ਹੈ। ਬਜ਼ੁਰਗਾਂ ਦੇ ਲਈ ਜੋ ਸੀਨੀਅਰ ਸਿਟੀਜ਼ਨਸ ਨੇ ਉਹ 3 ਲੱਖ ਦੀ ਉਹਨਾਂ ਦੇ ਲਈ ਰਿਬੇਟ ਹੁੰਦੀ ਹੈ, ਉਹ ਹੁਣ ਵੀ ਉਸ ਤਰੀਕੇ ਨਾਲ ਹੀ ਹੈ। ਤੇ ਉਸ ਤੋਂ ਬਾਅਦ ਜੋ ਟੈਕਸ ਦੀ ਸਲੈਬ ਹੈ 5 ਲੱਖ ਤੋਂ 10 ਲੱਖ ਜਾਂ ਉਸ ਤੋਂ ਅੱਗੇ ਜਿਸ ਤਰੀਕੇ ਨਾਲ ਸਲੈਬ ਹੈਗੀ ਹੈ ਐਜ਼ ਇਟ ਇਜ਼ ਰਹੇਗੀ। ਪੁਆਇੰਟ ਨੰਬਰ 2 ਰਾਹਤ ਕਿਹਨਾਂ ਨੂੰ ਮਿਲੀ ਹੈ? ਰਾਹਤ ਉਹਨਾਂ ਲੋਕਾਂ ਨੂੰ ਮਿਲੀ ਹੈ ਜੋ 75 ਸਾਲ ਤੋਂ ਜ਼ਿਆਦਾ ਨੇ, ਜੋ ਸੀਨੀਅਰ ਸਿਟੀਜ਼ਨ ਨੇ। ਸੀਨੀਅਰ ਸਿਟੀਜ਼ਨ ਅਸੀਂ 60 ਸਾਲ ਤੋਂ ਜ਼ਿਆਦਾ ਵੀ ਗਿਣਦੇ ਹਾਂ, ਪਰ ਜਿਹੜੇ ਲੋਕ ਇਸ ਸਮੇਂ ਸਾਡੇ ਬਜ਼ੁਰਗ ਨੇ ਜਿਨ੍ਹਾਂ ਦੀ ਉਮਰ 75 ਪਲੱਸ ਹੈ, 75 ਪਲੱਸ ਹੈ, ਉਹਨਾਂ ਨੂੰ ਆਈਟੀਆਰ ਇਨਕਮ ਟੈਕਸ ਰਿਟਰਨ ਨਹੀਂ ਭਰਨੀ ਹੋਵੇਗੀ। ਇਹ ਵੱਡੀ ਖਬਰ ਹੈ। ਉਹਨਾਂ ਨੂੰ ਇਨਕਮ ਅਲੱਗ-ਅਲੱਗ ਉਹਨਾਂ ਦੇ ਜਿਹੜੇ ਰਿਸੋਰਸਿਸ ਨੇ ਉਸ ਤੋਂ ਹੋ ਸਕਦੀ ਹੈ, ਤਾਂ ਉਹਨਾਂ ਨੂੰ ਇਨਕਮ ਟੈਕਸ ਰਿਟਰਨ ਨਹੀਂ ਭਰਨੀ ਹੋਏਗੀ। ਅਸੀਂ ਇਹ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਆਈਟੀਆਰ ਨਹੀਂ ਭਰਨੀ ਹੋਏਗੀ ਜਾਂ ਉਹਨਾਂ ਨੂੰ ਕੋਈ ਟੈਕਸ ਨਹੀਂ ਲੱਗੇਗਾ। ਦੋਵਾਂ ਦੇ ਵਿੱਚ ਬਹੁਤ ਫਰਕ ਹੈ ਕਿਉਂਕਿ ਜਿਹੜੇ ਬਜ਼ੁਰਗ ਨੇ ਸਾਡੇ, ਉਹਨਾਂ ਦੀਆਂ ਬੈਂਕਾਂ ਦੇ ਵਿੱਚ ਐਫਡੀਜ਼ ਹੁੰਦੀਆਂ ਨੇ, ਉਹਨਾਂ ਦੇ ਉੱਤੇ ਇੰਟਰਸਟ ਮਿਲਦਾ ਹੈ ਤੇ ਬੈਂਕ ਟੀਡੀਐਸ ਡਾਇਰੈਕਟ ਕੱਟ ਲੈਂਦਾ ਹੈ। ਸਪੋਜ਼ ਕਿਸੇ ਦੀ ਇੰਟਰਸਟ ਕਿਸੇ ਨੂੰ 2 ਲੱਖ ਰੁਪਏ ਪੂਰੇ ਸਾਲ ਦਾ ਆਇਆ ਤਾਂ ਬੈਂਕ ਉਸ ਦੇ ਉੱਪਰ 10% ਜਿਹੜਾ ਟੀਡੀਐਸ ਕੱਟ ਕੇ 20,000 ਰੁਪਏ ਉਹਨਾਂ ਨੂੰ ਇੰਟਰਸਟ ਦੇਗਾ। ਤਾਂ ਉਹ 20,000 ਦਾ ਕੀ ਹੋਏਗਾ ਕਿ ਉਹ ਵੀ ਟੈਕਸ ਹੁਣ ਕੱਟਿਆ ਜਾਏਗਾ ਜਾਂ ਨਹੀਂ ਕੱਟਿਆ ਜਾਏਗਾ। 75 ਸਾਲ ਪਲੱਸ ਜਿਹੜੇ ਲੋਕ ਨੇ ਅਸੀਂ ਉਹ ਸਮਝਣ ਦੀ ਕੋਸ਼ਿਸ਼ ਕਰਾਂਗੇ। ਤਾਂ ਇਹ ਟੈਕਸ ਨੂੰ ਲੈ ਕੇ ਜੋ ਰਿਬੇਟ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਆਮ ਤੌਰ ਤੇ ਨਜ਼ਰਾਂ ਹੁੰਦੀਆਂ ਨੇ ਕਿ ਕੋਈ ਟੈਕਸ ਡਿਡਕਸ਼ਨ ਦੇ ਵਿੱਚ ਇਜ਼ਾਫਾ ਕਰ ਦਿੱਤਾ ਜਾਵੇ ਜਾਂ ਫਿਰ ਦੂਜੇ ਪਾਸੇ ਜਿਹੜੀ ਟੈਕਸ ਸਲੈਬ ਹੈ ਉਸ ਦੇ ਵਿੱਚ ਕੋਈ ਬਦਲਾਅ ਕਰ ਦਿੱਤਾ ਜਾਵੇ ਜਾਂ ਫਿਰ ਜਿਹੜੀ 80C ਦੇ ਤਹਿਤ 1.5 ਲੱਖ ਤੱਕ ਦੀ ਸੇਵਿੰਗ ਅਸੀਂ ਕਰ ਸਕਦੇ ਹਾਂ ਉਸ ਦੇ ਵਿੱਚ ਜੋ ਰਾਹਤ ਮਿਲਦੀ ਹੈ ਉਸ ਦੇ ਵਿੱਚ ਕੋਈ ਇਜ਼ਾਫਾ ਕਰ ਦਿੱਤਾ ਜਾਵੇ। ਤਾਂ ਅਜਿਹਾ ਕੋਈ ਤੁਹਾਨੂੰ ਫਿਲਹਾਲ ਰਾਹਤ ਮਿਲਦੀ ਨਜ਼ਰ ਨਹੀਂ ਆਈ ਹੈ। ਸਟਾਰਟਅਪਸ ਦੇ ਲਈ ਜ਼ਰੂਰ ਹੈ ਕਿ 1 ਸਾਲ ਹੋਰ ਛੋਟ ਦੇ ਦਿੱਤੀ ਗਈ ਹੈ ਕਿ ਤੁਹਾਨੂੰ ਟੈਕਸ ਨਹੀਂ ਭਰਨਾ ਹੋਵੇਗਾ। ਤਾਂ ਵੱਡੀ ਖਬਰ ਅੱਜ ਦੇ ਦਿਨ ਦੀ। ਮੈਂ ਇੱਕ ਪੁਆਇੰਟ ਅਸੀਂ ਦੱਸਾਂਗੇ ਤੁਹਾਨੂੰ ਨਿਊਜ਼ 18 ਪੰਜਾਬ ਦੇ ਉੱਤੇ ਕਿ ਹੈਲਥ ਸੈਕਟਰ ਦੇ ਬਜਟ ਦੇ ਵਿੱਚ ਖਾਸ ਕੀ ਹੈ। ਤੇ ਫਿਲਹਾਲ ਅਸੀਂ ਜੋ ਦੱਸ ਰਹੇ ਹਾਂ ਕਿ ਟੈਕਸ ਪੇਅਰਸ ਨੂੰ ਲੈ ਕੇ ਕੋਈ ਰਾਹਤ ਨਹੀਂ ਹੈ। ਟੈਕਸ ਪੇਅਰਸ ਜਿਸ ਤਰੀਕੇ ਨਾਲ 2020-2021 ਦੀ ਉਹਨਾਂ ਨੇ ਰਿਟਰਨ ਭਰਨੀ ਹੈ ਉਸ ਤਰੀਕੇ ਨਾਲ ਹੀ 2021-2022 ਦੀ ਵੀ ਇਨਕਮ ਟੈਕਸ ਦੀ ਰਿਟਰਨ ਉਹਨਾਂ ਨੂੰ ਭਰਨੀ ਹੋਵੇਗੀ। ਬਿਲਕੁਲ ਗੌਰਵ, ਇਸ ਦੇ ਨਾਲ ਹੀ ਕਸਟਮ ਡਿਊਟੀ ਦੀ ਅਗਰ ਗੱਲ ਕੀਤੀ ਜਾਏ ਤਾਂ ਮੋਬਾਈਲ ਫੋਨ ਜ਼ਰੂਰ ਮਹਿੰਗਾ ਹੋ ਸਕਦਾ ਕਿਉਂਕਿ ਮੋਬਾਈਲ ਫੋਨ ਤੇ ਵੀ ਜਿਹੜੀ ਕਸਟਮ ਡਿਊਟੀ ਹੈ ਉਸ ਨੂੰ ਵਧਾ ਦਿੱਤਾ ਗਿਆ। ਮੋਬਾਈਲ ਫੋਨ ਦੇ ਨਾਲ ਜਿਹੜੇ ਐਸੋਸੀਏਟਡ ਪਾਰਟਸ ਹੁੰਦੇ ਜਿੱਦਾਂ ਕਿ ਚਾਰਜਰ ਹੋ ਗਿਆ, ਜਿੱਦਾਂ ਕਿ ਈਅਰਫੋਨਸ ਵਗੈਰਾ ਹੋ ਗਏ, ਇਹਨਾਂ ਸਾਰੇ ਤੇ ਕਸਟਮ ਡਿਊਟੀ ਨੂੰ ਵਧਾ ਦਿੱਤਾ ਗਿਆ। ਪਰ ਉਧਰ ਹੀ ਸਟੀਲ ਦੀ ਗੱਲ ਕੀਤੀ ਜਾਵੇ ਤੇ ਸਟੀਲ ਤੇ ਕਸਟਮ ਡਿਊਟੀ ਨੂੰ ਘਟਾ ਦਿੱਤਾ ਗਿਆ ਹੈ। ਯਾਨੀ ਕਿ ਕਿਸੇ ਹੱਦ ਤੱਕ ਸਟੀਲ ਜੋ ਲੋਕ ਥੋਕ ਦੇ ਵਿੱਚ ਖਰੀਦਦੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਰਿਆਇਤ ਜ਼ਰੂਰ ਮਿਲਦੀ ਨਜ਼ਰ ਆ ਰਹੀ ਹੈ। ਬਿਲਕੁਲ, ਪੂਰੀ ਤਕਰੀਬਨ 2 ਘੰਟੇ ਦੀ ਇਹ ਸਪੀਚ ਸੀ, ਬਜਟ ਸਪੀਚ ਨਿਰਮਲਾ ਸੀਤਾਰਮਨ ਦੀ, ਦੇਸ਼ ਦੇ ਖਜ਼ਾਨਾ ਮੰਤਰੀ ਨੇ। ਤੇ ਅਸੀਂ ਉਸ ਬਜਟ ਸਪੀਚ ਦੇ ਵਿੱਚੋਂ ਕੁਝ ਅਹਿਮ ਪੁਆਇੰਟਸ ਤੁਹਾਨੂੰ ਸੁਣਾਵਾਂਗੇ ਕਿ ਉਹਨਾਂ ਦੇ ਵੱਲੋਂ ਬਜਟ ਦੌਰਾਨ ਕੀ ਕੁਝ ਅਨਾਉਂਸਮੈਂਟਸ ਕੀਤੀਆਂ ਗਈਆਂ ਨੇ। ਕੁਝ ਉਹਨਾਂ ਦੇ ਬਿਆਨ ਸੁਣਾਉਂਦੇ ਆ ਜੋ ਬਹੁਤ ਅਹਿਮ ਨੇ ਬਜਟ ਦੇ ਵਿੱਚ, ਤੁਹਾਡੇ ਲਈ ਜਾਣਨੇ ਸੁਣਨੇ ਜ਼ਰੂਰੀ। Budget will be the first of this new decade. This budget will also be a digital budget and that has happened with all your support. So far, only 3 times has a budget followed a contraction in the economy. All such contractions earlier were as a result of situations typical to India,
This time, the contraction in our economy is due to a global pandemic, just like in several other countries. Having said that, I want to confidently state that our government is fully prepared to support and facilitate the economy's reset. This budget provides every opportunity for our economy to race and capture the pace that it needs for a sustainable growth. I am also providing an enhanced outlay of 1,18,101 lakh crores, 1,18,101 crores for Ministry of Road Transport and Highways, of which 1,08,230 crores is for capital, the highest ever provided. 3,500 kilometers of national highway works in the state of Tamil Nadu at an investment of 1.03 lakh crores. These include Madurai-Kollam corridor, Chittoor-Tachur corridor, and construction will start next year. Second, 1,100 kilometers of national highway works in the state of Kerala at an investment of 65,000 crores, including 600 kilometer section of Mumbai-Kanyakumari corridor in Kerala. Third, 675 kilometers of highway works in the state of West Bengal at a cost of 25,000 crores, including upgradation of existing road Kolkata-Siliguri. Providing a record sum of 1,10,055 crores for railways, of which 1,07,100 crores is for capital expenditure only. Indian Railways have prepared a National Rail Plan for India 2030. The plan is to create a future-ready railway system by 2030. It is expected that Western Dedicated Freight Corridor and Eastern Dedicated Freight Corridor will be commissioned by June 2022. The following additional initiatives are also proposed. Electrified is expected to reach 46,000 kilometers, 46,000 RKM. That is 72% by end of 2021 from 41,548 RKMs on 1st October 2020. 100% electrification of broad gauge routes will be completed by December 2023. Counterpart funding will be provided to Kochi Metro Railway Phase 2 of 11.5 kilometers at a cost of 1,957.05 crores. Chennai Metro Railway Phase 2 of 118.9 kilometers at a cost of 63,246 crores. Bengaluru Metro Railway Project Phase 2A and 2B of 58.19 kilometers at a cost of 14,788 crores. Nagpur Metro Rail Project Phase 2 and Nashik Metro at a cost of 5,976 crores and 2,092 crores respectively. I propose to amend the Insurance Act 1938 to increase the permissible FDI limit from 49% to 74% in insurance companies and allow foreign ownership and control with safeguards. In 21-22, we would also bring the IPO of LIC, for which I am bringing the requisite amendments in this session itself.
In the Atmanirbhar package, I had announced that we will come out with a policy of strategic disinvestment of public sector enterprises. I am happy to inform the House that the government has the government has approved the said policy. The policy provides a clear roadmap for disinvestment in all non-strategic and strategic sectors. ਵੱਖ ਜਿਹੜੀਆਂ ਅਨਾਉਂਸਮੈਂਟਸ ਕੀਤੀਆਂ ਗਈਆਂ ਨੇ ਅਸੀਂ ਉਹਨਾਂ ਦਾ ਜ਼ਿਕਰ ਕਰ ਰਹੇ ਹਾਂ। ਦੇਸ਼ ਦੇ ਬਜਟ ਦੇ ਵਿੱਚ ਅਲੱਗ-ਅਲੱਗ ਸੈਕਟਰਸ ਨੂੰ ਕੀ ਮਿਲਿਆ, ਤੁਹਾਨੂੰ ਕੀ ਮਿਲਿਆ, ਬਜਟ ਦੇ ਨਾਲ ਕੀ ਅੱਗੇ ਬਦਲਾਅ ਆ ਸਕਦੇ ਨੇ, ਅਸੀਂ ਹਰ ਇੱਕ ਪੁਆਇੰਟ ਦੇ ਉੱਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਗੱਲ ਕਰੀਏ ਐਗਰੀਕਲਚਰ ਸੈਕਟਰ ਦੀ, ਕਿਸਾਨਾਂ ਦੀ, ਖੇਤੀਬਾੜੀ ਸੈਕਟਰ ਦੀ, ਤਾਂ ਉਸ ਦੇ ਲਈ ਸਰਕਾਰ ਨੇ ਜੋ ਐਲਾਨ ਕੀਤੇ ਨੇ ਤੁਹਾਨੂੰ ਦੱਸ ਦਈਏ ਕਿ ਆਮਦਨ ਦੁੱਗਣਾ ਕਰਨ ਦਾ ਟੀਚਾ ਇੱਕ ਵਾਰ ਫਿਰ ਤੋਂ ਸਰਕਾਰ ਦੁਹਰਾਉਂਦੀ ਆਈ ਹੈ। ਤੇ ਜਿਹੜੇ ਇਹ ਵੀ ਤੁਹਾਨੂੰ ਦੱਸ ਦਈਏ ਕਿ ਦੂਜੇ ਪਾਸੇ ਪਾਣੀ ਨੂੰ ਲੈ ਕੇ ਵੀ ਅਨਾਉਂਸਮੈਂਟਸ ਕੀਤੀਆਂ ਗਈਆਂ ਨੇ। ਹੋਰ ਕੀ ਕੁਝ ਅਨਾਉਂਸਮੈਂਟਸ ਨੇ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ, ਖਾਸ ਤੌਰ ਤੇ ਕਿਸਾਨਾਂ ਨੂੰ ਲੈ ਕੇ। ਇਸ ਵਿਚਾਲੇ ਸਾਡੇ ਨਾਲ ਐਸਐਸ ਢਿੱਲੋਂ ਸਾਹਿਬ ਜੁੜ ਚੁੱਕੇ ਨੇ, ਖੇਤੀਬਾੜੀ ਮਾਹਰ ਨੇ, ਤੇ ਉਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਆਖਿਰ ਇਸ ਬਜਟ ਨੂੰ ਕਿਸਾਨਾਂ ਦੇ ਲਈ ਕਿਸ ਤਰੀਕੇ ਨਾਲ ਸਮਝਿਆ ਜਾਵੇ ਜਾਂ ਦੇਖਿਆ ਜਾਵੇ। ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਫਰਸਟ ਰਿਐਕਸ਼ਨ ਇਸ ਬਜਟ ਦੇ ਉੱਤੇ, ਸਪੈਸ਼ਲੀ ਜੋ ਫਾਰਮਰਸ ਦੇ ਲਈ ਅਨਾਉਂਸਮੈਂਟ ਸੀ, ਜੋ ਵੀ ਸੀ ਅਨਾਉਂਸਮੈਂਟਸ ਉਸ ਦੇ ਉੱਤੇ। आवाज नहीं आ रही सर, मेरी आवाज पहुंच रही है तुहाडे तक? हाँ जी हाँ जी हाँ जी हाँ जी जी सर, फर्स्ट रिएक्शन बजट ਦੇ ਉੱਤੇ स्पीच ਆਲਮੋਸਟ 2 ਘੰਟੇ ਦੀ ਸੀ, ਕੰਪਲੀਟ ਹੋਈ ਹੈ। ਮੈਂ ਖਾਸ ਤੌਰ ਤੇ ਸੈਕਟਰ ਜਿਹੜਾ ਅਸੀਂ ਸਵੇਰ ਤੋਂ ਫੋਕਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸਾਨਾਂ ਨੂੰ ਕੀ ਮਿਲੇਗਾ। ਕੁਝ ਮਿਲਿਆ ਅੱਜ ਦੇ ਬਜਟ ਐਗਰੀਕਲਚਰ ਪੂਰੇ ਸੈਗਮੈਂਟ ਨੂੰ? सौरभ जी, जो फाइनांस मिनिस्टर ने बोलिया है अपने बजट स्पीच दे विच, ਉਹਦੇ ਤੋਂ ਕੋਈ ਇਸ ਤਰ੍ਹਾਂ ਦਾ ਇਨੀਸ਼ੀਏਟਿਵ ਨਹੀਂ ਹੈ ਕਿ ਜਿਹਦੇ ਨਾਲ ਸਾਨੂੰ ਲੱਗੇ ਕਿ ਜਿਹੜਾ ਫਾਰਮਰ ਐਜੀਟੇਸ਼ਨ ਚੱਲ ਰਿਹਾ ਹੈ ਜਾਂ ਸੈਟ ਜਾਣ। ਹਾਂਜੀ, ਮੇਰੀ ਆਵਾਜ਼ ਆ ਰਹੀ? हाँ जी हाँ जी सर, ਤੁਹਾਡੀ ਆਵਾਜ਼ ਆ ਰਹੀ ਹੈ, ਤੁਸੀਂ ਕੰਪਲੀਟ ਕਰੋ। ਲੱਗ ਰਿਹਾ ਹੁਣ ਤੱਕ ਆਵਾਜ਼ ਸਾਡੀ ਨਹੀਂ ਪਹੁੰਚ ਰਹੀ ਹੈ। ਢਿੱਲੋਂ ਸਾਹਿਬ, ਮੇਰੀ ਆਵਾਜ਼ ਆ ਰਹੀ ਹੈ ਤੁਹਾਡੇ ਤੱਕ? ਮੈਨੂੰ ਆਵਾਜ਼ ਤੁਹਾਡੀ ਆ ਰਹੀ ਹੈ, ਪਰ ਜਿਹੜੀ ਮੇਰੀ ਤੁਹਾਡੇ ਨਾਲ ਵੀਡੀਓ ਹੈ ਉਹਦਾ ਤੇ ਆਵਾਜ਼ ਦਾ ਠੀਕ ਹੈ ਸਰ। ਮਤਲਬ ਜਿਹੜਾ ਤੁਸੀਂ ਦੇਖ ਪਾ ਰਹੇ ਹੋ, ਤੁਸੀਂ ਆਪਣੀ ਗੱਲ ਰੱਖ ਸਕਦੇ ਹੋ ਕਿਉਂਕਿ ਉਹ ਡਾਊਨ ਲਿੰਕ ਤੁਹਾਡੇ ਕੋਲ ਪਹੁੰਚ ਰਿਹਾ ਹੋਏਗਾ। ਥੋੜੀ ਦੇਰ ਬਾਅਦ ਤੁਹਾਡੇ ਤੱਕ ਚੀਜ਼ਾਂ ਪਹੁੰਚਦੀਆਂ ਨੇ, ਲੋਕਾਂ ਤੱਕ ਥੋੜਾ ਜਿਹਾ ਵਕਫਾ ਹੁੰਦਾ ਉਸ ਦੇ ਵਿੱਚ ਪਹੁੰਚਣ ਦੇ ਲਈ। ਤੁਸੀਂ ਆਪਣੀ ਗੱਲ ਕੰਪਲੀਟ ਕਰ ਸਕਦੇ ਹੋ ਸਰ। ਮੈਂ ਇਹ ਕਹਿ ਰਿਹਾ ਸੀਗਾ ਕਿ ਜਿਹੜਾ ਫਾਈਨਾਂਸ ਮਿਨਿਸਟਰ ਨੇ ਜਿੰਨੀ ਗੱਲ ਐਗਰੀਕਲਚਰ ਬਾਰੇ ਕੀਤੀ ਆ, ਉਹ ਇੱਕ ਗੱਲ ਤੇ ਇਹ ਕੀਤੀ ਹੈ ਕਿ ਉਹਨੇ ਇਹ ਦੱਸਿਆ ਕਿ ਅਸੀਂ ਪਿਛਲੇ ਸਮੇਂ ਦੇ ਵਿੱਚ ਵੱਖ-ਵੱਖ ਫਸਲਾਂ ਦੀ ਜਿਹੜੀ ਪਰਚੇਜ਼ ਕੀਤੀ ਗਈ ਹੈ ਸਰਕਾਰ ਬਾਰੇ, ਉਹਦੇ 'ਚ ਕਿੰਨਾ ਪੈਸਾ ਖਰਚ ਕੀਤਾ। ਮੈਂ ਸਮਝਦਾ ਕਿ ਉਹ ਕੋਈ ਬਹੁਤ ਵੱਡੀ ਅਚੀਵਮੈਂਟ ਨਹੀਂ ਹੈ ਸਰਕਾਰ ਦੀ। ਜਿਹੜੀ ਗੱਲ ਸਾਡੇ ਵਾਸਤੇ, ਫਾਰਮਿੰਗ ਕਮਿਊਨਿਟੀ ਵਾਸਤੇ ਜ਼ਰੂਰੀ ਸੀ, ਉਹ ਅਗਰ ਫਾਈਨਾਂਸ ਮਿਨਿਸਟਰ ਇਹਦੇ ਵਿੱਚ ਅਨਾਉਂਸ ਕਰਦੇ ਕਿ MSP ਦੀ ਗਰੰਟੀ ਜਿਹੜੀ ਹੈ ਸਰਕਾਰ ਦਿੰਦੀ ਹੈ ਤਾਂ ਕਿ ਆਉਣ ਵਾਲੀਆਂ ਫਸਲਾਂ ਜਿਹੜੀਆਂ ਆ ਉਹਨਾਂ ਦੇ ਵਿੱਚ ਫਾਰਮਰਸ ਨੂੰ ਕੋਈ ਪ੍ਰੋਬਲਮ ਨਹੀਂ ਆਏਗੀ। ਦੇਖੋ, MSP ਕੁਝ 23 ਫਸਲਾਂ ਦੇ ਉੱਤੇ ਡਿਕਲੇਅਰ ਕਰਦੇ ਨੇ, ਲੇਕਿਨ ਪਰਚੇਜ਼ ਜਿਹੜੀ ਹੈ ਇੱਕ ਦੋ ਜਿਹੜੀਆਂ ਫਸਲਾਂ ਦੀ ਕੀਤੀ ਜਾਂਦੀ ਹੈ ਔਰ ਜਿਹੜੀ MSP ਕੱਲੀ ਹੈ ਐਗਰੀਕਲਚਰ ਦੇ ਫਾਰਮਰਸ ਦੇ ਪੁਆਇੰਟ ਆਫ ਵਿਊ ਤੋਂ, MSP ਦੀ ਡੈਕਲੇਰੇਸ਼ਨ ਜਿਹੜੀ ਕੱਲੀ ਹੈ ਉਹ ਇੰਪੋਰਟੈਂਟ ਨਹੀਂ ਹੈ। ਜਿਹੜਾ ਇੰਪੋਰਟੈਂਟ ਚੀਜ਼ ਹੈ ਕਿ ਸਰਕਾਰ ਜਿਹੜੀ ਹੈ ਕਿੰਨੀ ਪ੍ਰੋਕਿਉਰਮੈਂਟ ਕਰਦੀ ਹੈ, ਕਿ ਉਹ ਐਜ਼ ਪਰਚੇਜ਼ਰ ਕਿਸ ਤਰ੍ਹਾਂ ਮਾਰਕੀਟ ਦੇ ਵਿੱਚ ਐਂਟਰ ਕਰਦੀ ਹੈ ਤਾਂ ਕਿ ਜਿਹੜਾ ਪ੍ਰਾਈਸ ਹੈ ਉਹਨੂੰ ਸਪੋਰਟ ਮਿਲ ਸਕੇ। ਅਗਰ ਮੰਨ ਲਓ ਕਿ ਤੁਸੀਂ ਪਿਛਲੇ ਸਮੇਂ ਦੇ ਵਿੱਚ ਆਪਾਂ ਦੇਖਿਆ, ਖਾਸ ਕਰਕੇ ਪੰਜਾਬ ਦੇ ਵਿੱਚ ਅਗਰ ਗੱਲ ਕਰੀਏ ਤੇ ਮੱਕੀ ਜਿਹੜੀ ਆ ਉਹ MSP ਤੋਂ ਕਈ ਗੁਣਾ, ਮਤਲਬ ਬਹੁਤ ਜ਼ਿਆਦਾ ਜਿਹੜਾ MSP ਦਾ ਸੀਗਾ ਉਹ ਤੋਂ ਥੱਲੇ ਵਿਕੀ ਹੈ। ਉਹਦਾ ਕਾਰਨ ਇਹ ਹੈ ਕਿ ਸਰਕਾਰ ਜਿਹੜੀ ਆ ਸਪੋਰਟਿਵ ਪ੍ਰਾਈਸ ਨਾਲ ਉਥੇ ਮਾਰਕੀਟ 'ਚ ਐਂਟਰ ਨਹੀਂ ਕੀਤੀ। ਸੋ ਇਸ ਕਰਕੇ ਉਸ MSP ਦਾ ਫਾਇਦਾ ਕੀ ਹੋਇਆ, ਜਿਹੜੀ MSP ਲੋਕਾਂ ਨੂੰ ਮਿਲਣੀ ਨਹੀਂ ਹੈ। ਔਰ ਇਹ ਇੱਕ ਇੰਡੀਕੇਸ਼ਨ ਹੈ, ਬਹੁਤ ਵੱਡੀ ਇੰਡੀਕੇਸ਼ਨ ਹੈ
ਕਿ ਅਗਰ ਸਾਰਾ ਕੁਝ ਅਸੀਂ ਮਾਰਕੀਟ ਤੇ ਛੱਡ ਦਿੰਦੇ ਆ ਤੇ ਫਾਰਮਰਸ ਜਿਹੜੇ ਆ ਉਹਨਾਂ ਦੀ ਕੀ ਹਾਲਤ ਹੋਏਗੀ, ਉਹਨਾਂ ਦੀਆਂ ਫਸਲਾਂ ਜਿਹੜੀਆਂ ਕਿਸ ਤਰੀਕੇ ਨਾਲ ਮੰਡੀ ਦੇ ਵਿੱਚ ਰੁਲਣਗੀਆਂ ਔਰ ਉਹ ਕਿਸ ਤਰੀਕੇ ਨਾਲ ਉਹਨਾਂ ਨੂੰ ਫੋਰਸ ਕੀਤਾ ਜਾਊਗਾ ਇਨਡਾਇਰੈਕਟਲੀ ਔਰ ਡਾਇਰੈਕਟਲੀ ਕਿ ਉਹ ਆਪਣੀ ਫਸਲ ਜਿਹੜੀ ਆ ਉਹ ਵੇਚ ਦੇਣ। ਕਿਉਂਕਿ ਐਗਰੀਕਲਚਰ ਬਾਰੇ ਜਿਹੜੀ ਸਾਨੂੰ ਇੱਕ ਧਿਆਨ ਰੱਖਣਾ ਚਾਹੀਦਾ ਹੈ ਕਿ ਐਗਰੀਕਲਚਰ ਦੀ ਜਿਹੜੀ ਇੱਕ ਨੇਚਰ ਆ ਉਹ ਹੈ ਕਿ ਸਾਡੀਆਂ ਜਿਹੜੀਆਂ ਫਸਲਾਂ ਨੇ ਉਹ ਪੈਰੀਸ਼ੇਬਲ ਨੇਚਰ ਦੀਆਂ ਨੇ। ਬਹੁਤ ਸਮਾਂ ਜਿਹੜਾ ਵਾ ਕਿਸਾਨ ਉਹਨੂੰ ਰੱਖ ਨਹੀਂ ਸਕਦਾ। ਕਿਸਾਨ ਦੀ ਮਾਲੀ ਹਾਲਾਤ ਇਸ ਤਰ੍ਹਾਂ ਦੀ ਨਹੀਂ ਹੈ ਕਿ ਉਹ ਫਸਲ ਜਿਹੜੀ ਉਹ ਆਪਣੇ ਕੋਲ ਰੱਖ ਸਕੇ ਔਰ ਇਹ ਵੇਟ ਕਰ ਸਕੇ ਕਿ ਚੰਗਾ ਮਾਰਕੀਟ ਦੇ ਵਿੱਚ ਜਦੋਂ ਪ੍ਰਾਈਸ ਹੋਏਗਾ ਤੇ ਉਦੋਂ ਮੈਂ ਵੇਚਾਂਗਾ। ਸੋ ਔਰ ਕਿਉਂਕਿ ਜਿਹੜੀ ਫਾਰਮਰ ਦੀ ਆ ਉਹ ਤਾਂ ਆਰਥਿਕ ਹਾਲਾਤ ਇਸ ਤਰ੍ਹਾਂ ਦੀ ਹੈ ਕਿ ਉਹ ਇੱਕ ਫਸਲ ਵੇਚਦਾ ਹੈ ਔਰ ਅਗਲੀ ਫਸਲ ਵਾਸਤੇ ਉਹਨੇ ਜਿਹੜੀ ਬਿਜਾਈ ਕਰਨੀ ਆ, ਜੋ ਉਹਦੇ ਤੇ ਖਰਚਾ ਹੋਣਾ ਆ, ਉਹ ਸਾਰਾ ਉਹਨੇ ਪਿਛਲੀ ਫਸਲ ਵੇਚ ਕੇ ਜਿਹੜਾ ਉਹ ਕਰਨਾ ਹੈ। ਸੋ ਇਸ ਕਰਕੇ ਅੱਜ ਦੇ ਬਜਟ ਦੇ ਵਿੱਚ ਮੈਨੂੰ ਤਾਂ ਬਹੁਤ ਨਿਰਾਸ਼ਾ ਹੋਈ ਹੈ ਐਗਰੀਕਲਚਰ ਦੇ ਪੁਆਇੰਟ ਆਫ ਵਿਊ ਤੋਂ ਕਿ ਸਰਕਾਰ ਨੇ ਕੁਝ ਵੀ ਇਸ ਤਰ੍ਹਾਂ ਦਾ ਅਨਾਉਂਸ ਨਹੀਂ ਕੀਤਾ ਜਿਹਦੇ ਨਾਲ ਕਿ ਫਾਰਮਰਸ ਇਹ ਸਮਝਣ ਕਿ ਸਰਕਾਰ ਜਿਹੜੀ ਆ ਫਾਰਮਰਸ ਦੇ ਹਿੱਤਾਂ ਦੀ ਗੱਲ ਕਰਦੀ ਹੈ। ਤਾਂ ਤੁਸੀਂ ਕਹਿ ਰਹੇ ਹੋ ਕਿ ਨਿਰਾਸ਼ਾ ਹੋਈ ਹੈ ਤੇ ਇਸ ਜ਼ਿਕਰ ਅਸੀਂ ਅੱਗੇ ਕਰਾਂਗੇ ਕਿ ਬਜਟ ਦੇ ਵਿੱਚ ਐਕਚੁਅਲੀ ਕਿਸਾਨਾਂ ਦੇ ਲਈ ਹੈ ਕੀ ਸੀ, ਕਿ ਵਾਕਈ ਐਮਐਸਪੀ ਦਾ ਜ਼ਿਕਰ ਹੋਇਆ ਜਾਂ ਸਿਰਫ ਐਮਐਸਪੀ ਦੇ ਜ਼ਿਕਰ ਤੱਕ ਹੀ ਚੀਜ਼ਾਂ ਸੀਮਿਤ ਰਹਿ ਗਈਆਂ। ਕਿਉਂਕਿ ਉਸ ਦੇ ਵਿੱਚ ਜ਼ਿਕਰ ਤਾਂ ਇਹ ਸੀ ਕਿ ਐਮਐਸਪੀ ਨੂੰ 1.5 ਗੁਣਾ ਦੇ ਰਹੀ ਹੈ ਸਰਕਾਰ ਦਾ ਟੀਚਾ ਹੈ ਕਿ ਇਨਕਮ ਕਿਸਾਨਾਂ ਦੀ ਡਬਲ ਹੋ ਜਾਏ। ਉਹ ਕਿਵੇਂ ਹੋਏਗੀ ਕਿ ਵਾਕਈ ਉਹ ਰੋਡ ਮੈਪ ਇਸ ਪੂਰੇ ਬਜਟ ਭਾਸ਼ਣ ਦੇ ਦੌਰਾਨ ਨਜ਼ਰ ਆਇਆ ਜਾਂ ਨਹੀਂ, ਉਸ ਤੇ ਲਾਜ਼ਮੀ ਤੌਰ ਤੇ ਗੱਲ ਹੋਏਗੀ। ਬਿਲਕੁਲ ਇਸ ਦੇ ਨਾਲ ਹੀ ਸਰਕਾਰ ਵੱਲੋਂ ਇੱਕ ਗੱਲ ਕਹੀ ਗਈ ਕਿ 2022 ਦੇ ਵਿੱਚ ਕਿਸਾਨਾਂ ਨੂੰ ਜੋ ਇਨਕਮ ਹੈ ਉਹਨਾਂ ਦੀ ਦੁੱਗਣੀ ਕਰਕੇ ਦਿੱਤੀ ਜਾਵੇਗੀ ਔਰ ਆਪਣੀ ਵਚਨਬੱਧਤਾ ਉਹ ਵੀ ਦਿਖਾਈ ਗਈ ਹੈ। ਤੇ ਸਰ ਕੀ ਲੱਗਦਾ ਤੁਹਾਨੂੰ ਕਿ ਜਿਸ ਤਰ੍ਹਾਂ ਪਿਛਲਾ ਪ੍ਰੋਟੋਕਾਲ ਚੱਲਦਾ ਆਇਆ ਹੈ ਹੁਣ ਤੱਕ ਤੇ ਕਿ ਵਾਕਈ ਸਰਕਾਰ ਆਪਣਾ ਇਹ ਟੀਚਾ ਪੂਰਾ ਕਰ ਪਾਵੇਗੀ ਕਿਸਾਨਾਂ ਨੂੰ ਲੈ ਕੇ? ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸੀ ਕਿ ਜਿਹੜੀ ਇਨਕਮ ਡਬਲ ਕਰਨ ਦੀ ਗੱਲ ਹੈ ਉਹ ਪਹਿਲਾਂ ਵੀ ਕੀਤੀ ਗਈ ਸੀ, ਹੁਣ ਉਹਨਾਂ ਨੇ ਦੁਬਾਰਾ ਗੱਲ ਕੀਤੀ ਹੈ। ਔਰ ਤੁਹਾਨੂੰ ਪਤਾ ਕਿ ਇਹ ਇਨਕਮ ਡਬਲ ਕਰਨ ਦੀ ਗੱਲ 22 ਤੱਕ ਸੀਗੀ ਕਿ ਅਸੀਂ 22 ਤੱਕ ਇਨਕਮ ਡਬਲ ਕਰ ਦਿਆਂਗੇ। ਔਰ ਇਨਕਮ ਡਬਲ ਕਰਨ ਦੇ ਵਿੱਚ ਅਗਰ ਜਦੋਂ ਅੱਜ ਤੋਂ ਆਪਣਾ 4 ਸਾਲ ਪਹਿਲਾਂ ਅਨਾਉਂਸਮੈਂਟ ਕੀਤੀ ਸੀ ਤਾਂ ਉਦੋਂ ਵੀ ਅਸੀਂ ਇਹ ਕਿਹਾ ਸੀਗਾ ਕਿ ਇਨਕਮ ਫਾਰਮਰ ਦੀ ਤਦ ਡਬਲ ਹੋ ਸਕਦੀ ਹੈ ਜੇ ਐਗਰੀਕਲਚਰ 10% ਤੋਂ ਜ਼ਿਆਦਾ ਗਰੋ ਕਰੇ। ਔਰ ਐਗਰੀਕਲਚਰ ਕਦੀ ਵੀ 3-4% ਤੋਂ ਜ਼ਿਆਦਾ ਗਰੋ ਕੀਤੀ ਨਹੀਂ। ਸੋ ਉਹ ਗੱਲ ਪੋਸੀਬਲ ਨਹੀਂ ਹੈ। ਜਿੱਥੋਂ ਤੱਕ ਸੌਰਵ ਜੀ ਤੁਸੀਂ ਕਹਿ ਰਹੇ ਹੋ ਕਿ ਐਮਐਸਪੀ ਜਿਹੜੀ ਉਹਨਾਂ ਕਹਿਤਾ ਕਿ ਕਾਸਟ ਤੋਂ ਜ਼ਿਆਦਾ ਹੋਏਗੀ, ਹੁਣ ਸਵਾਲ ਇਹ ਨਹੀਂ ਹੈ ਕਿ ਕਾਸਟ ਤੋਂ ਜ਼ਿਆਦਾ ਤਾਂ ਕਹਿ ਰਹੇ ਆ ਕਿ ਅਸੀਂ ਦਿਆਂਗੇ, ਪਰ ਕਿਹੜੀ ਕਾਸਟ ਦੀ ਗੱਲ ਕਰ ਰਹੇ ਹਾਂ? C2 ਦੀ ਗੱਲ ਅਸੀਂ ਕਰਦੇ ਹਾਂ, C2 ਬਾਰੇ ਕਰਦੇ ਨਹੀਂ ਹੈ। ਔਰ ਇਹ ਜਿਹੜੀ ਕਾਸਟ ਹੈ ਬੜੀ ਇੰਪੋਰਟੈਂਟ ਹੈ ਕਿ ਜਿੰਨਾ ਚਿਰ ਉਹ ਕਾਸਟ ਨਹੀਂ ਤੁਸੀਂ ਦੱਸਦੇ ਕਿ ਕਿਹੜੀ ਕਾਸਟ ਦੇ ਉੱਤੇ ਅਸੀਂ 1.5 ਗੁਣਾ ਜਾਂ 50% ਦੇਣਾ ਹੈ। ਸੋ ਇਹ ਤਾਂ ਸਾਰੀ ਜਿਹੜੀ ਹੈ ਸਟੈਟਿਸਟਿਕਸ, ਇਹ ਨੰਬਰ ਗੇਮ ਜਿਹੜੀ ਅਸੀਂ ਕਰ ਰਹੇ ਹਾਂ, ਜੋ ਫਾਈਨਾਂਸ ਮਿਨਿਸਟਰ ਨੇ ਅੱਜ ਗੱਲ ਕੀਤੀ ਹੈ ਸਾਰੀ ਨੰਬਰ ਗੇਮ ਹੈ ਕਿ ਅਸੀਂ 75 ਇੰਨੇ 100 ਕਰੋੜ ਦੀ ਕਣਕ ਖਰੀਦ ਲਈ, ਇੰਨੇ ਝੋਨਾ ਖਰੀਦ ਲਿਆ। ਉਹ ਤੁਸੀਂ ਹਰ ਵਾਰ ਖਰੀਦਦੇ ਔਰ ਉਹ ਤੁਹਾਡੀ ਸਰਕਾਰ ਦੀ ਕੰਟਰੀਬਿਊਸ਼ਨ ਨਹੀਂ ਹੈ, ਉਹ ਫਾਰਮਰਸ ਦੀ ਕੰਟਰੀਬਿਊਸ਼ਨ ਹੈ ਕਿ ਉਹਨਾਂ ਨੇ ਜ਼ਿਆਦਾ ਪੈਦਾ ਕੀਤਾ। ਸਰ ਮੈਂ ਇੱਕ ਛੋਟਾ ਜਿਹਾ ਐਡ ਕਰਾਂ ਕਿਉਂਕਿ ਆਪਣੇ ਕੋਲ ਹੌਲੀ ਹੌਲੀ ਫਿਲਟਰ ਹੋ ਕੇ ਵੀ ਚੀਜ਼ਾਂ ਪਹੁੰਚਦੀਆਂ ਨੇ ਕਿ ਬਜਟ ਦੇ ਵਿੱਚ ਹੈ ਕੀ। ਸਰ ਇੱਕ ਤਾਂ ਗੁਸਤਾਖੀ ਚਾਹੂੰਗਾ, ਮੇਰਾ ਨਾਮ ਸੌਰਵ ਨਹੀਂ ਗੌਰਵ ਹੈ। ਤੇ ਦੂਜਾ ਪੁਆਇੰਟ ਆਪਾਂ APMC ਜਿਹੜੇ ਨਵੇਂ ਕਾਨੂੰਨ ਆਏ ਨੇ APMC ਨੂੰ ਲੈ ਕੇ ਬੜੇ ਖਦਸ਼ੇ ਜਤਾਏ ਜਾ ਰਹੇ ਨੇ ਤੇ ਉਸ ਦੇ ਵਿੱਚ ਇੱਕ ਸਰਕਾਰ ਨੇ ਇਹ ਕਿਹਾ ਕਿ APMC ਦੇ ਲਈ ਐਗਰੀ ਫੰਡ ਬਣਾਉਣ ਦਾ ਐਲਾਨ ਕੀਤਾ ਹੈ। ਸਰਕਾਰ ਇਹ ਲਗਾਤਾਰ ਕਹਿ ਰਹੀ ਹੈ ਕਿ ਅਸੀਂ ਤਾਂ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਕਰ ਰਹੇ ਹਾਂ। ਕਿਵੇਂ ਦੇਖਦੇ ਹੋ ਤੁਸੀਂ ਇਸ ਨੂੰ ਜੋ APMC ਦੇ ਲਈ ਐਗਰੀ ਫੰਡ ਬਣਾਉਣ ਦਾ ਐਲਾਨ ਬਜਟ ਦੇ ਦੌਰਾਨ ਕੀਤਾ ਗਿਆ? ਦੇਖੋ ਇਸ ਤਰ੍ਹਾਂ ਹੈ ਕਿ ਜਦੋਂ ਅਸੀਂ ਜੇ 3 ਫਾਰਮ ਬਿਲਸ ਆ ਉਹਨਾਂ ਨੂੰ ਅਗਰ ਅਸੀਂ ਗੌਰਵ ਜੀ ਇੰਪਲੀਮੈਂਟ ਕਰਦੇ ਆ ਤੇ APMC ਜਿਹੜੀ ਮਾਰਕੀਟ ਹੈ ਉਹ ਆਪਣੇ ਆਪ ਦੇ ਵਿੱਚ ਉਹਨੇ ਹੌਲੀ ਹੌਲੀ ਖਤਮ ਹੋਣਾ ਹੈ। ਬਿਹਾਰ ਦੀ ਐਗਜ਼ਾਮਪਲ ਸਾਡੇ ਸਾਹਮਣੇ ਹੈ। ਬਿਹਾਰ ਦੇ ਵਿੱਚ APMC ਐਕਟ ਸਮਾਪਤ ਕਰਨ ਦੇ ਨਾਲ ਉਹ ਸਾਰੇ ਦਾ ਸਾਰਾ ਇਨਫਰਾਸਟ੍ਰਕਚਰ ਜਿਹੜਾ ਸੀ ਉਹ ਖਤਮ ਹੋ ਗਿਆ ਔਰ ਫਾਰਮਰਸ ਜਿਹੜੇ ਉਹਨਾਂ ਨੂੰ ਪ੍ਰਾਈਵੇਟ ਮੰਡੀ ਤੇ ਕਰਨਾ ਪਿਆ। ਔਰ ਤੁਸੀਂ ਦੇਖਿਆ ਪਿਛਲੇ ਸਮੇਂ ਦੇ ਵਿੱਚ ਝੋਨਾ ਕਿਸ ਤਰੀਕੇ ਨਾਲ ਯੂਪੀ ਦੇ ਔਰ ਬਿਹਾਰ ਚੋਂ ਪੰਜਾਬ ਦੇ ਵਿੱਚ ਆਣ ਕੇ ਵੇਚਿਆ ਗਿਆ ਕਿਉਂਕਿ ਉੱਥੇ ਥੋੜੇ ਸਸਤਾ ਖਰੀਦਿਆ ਗਿਆ, ਇੱਥੇ ਕਿਉਂਕਿ MSP ਤੇ ਵੇਚ ਰਿਹਾ ਸੀਗਾ, ਇੱਥੇ ਲਿਆ ਕੇ ਕੋਸ਼ਿਸ਼ ਕੀਤੀ ਗਈ ਹੈ। ਸੋ ਇਹ ਔਰ ਦੂਸਰੀ ਗੱਲ ਇਹਦੇ ਵਿੱਚ ਕ੍ਰੈਡਿਟ ਦੀ ਗੱਲ ਕੀਤੀ ਗਈ ਹੈ। ਠੀਕ ਹੈ ਕਿ ਫਾਰਮਰਸ ਨੂੰ ਕ੍ਰੈਡਿਟ ਤੇ ਤੁਸੀਂ ਦੇਣਾ ਹੈ ਔਰ ਉਹਦੇ ਤੇ ਤੁਸੀਂ ਮਤਲਬ ਫੈਸਿਲਿਟੀਜ਼ ਦੇ ਰਹੇ ਹੋ, ਲੇਕਿਨ ਹੁੰਦਾ ਚੰਗਾ ਇਹ ਹੁੰਦਾ ਕਿ ਅਗਰ ਕਿਤੇ ਫਾਰਮ ਜਿਹੜੇ ਜਾਂ ਲੋਨਸ ਨੇ ਉਹਨਾਂ ਦੀ ਵੇਵ ਆਫ ਦੀ ਗੱਲ ਕੀਤੀ ਜਾਂਦੀ ਜਿਸ ਤਰ੍ਹਾਂ ਕਿ ਇੰਡਸਟਰੀ ਜਾਂ ਐਕਸਪੋਰਟਸ ਦੇ ਬਾਰੇ ਕੀਤਾ ਗਿਆ ਹੈ। ਸੋ ਉਹ ਉਸ ਤਰੀਕੇ ਦੀ ਹੈਲਪ ਜਿਹੜੀ ਫਾਰਮਰਸ ਨੂੰ ਬਹੁਤ ਜ਼ਰੂਰੀ ਸੀ। ਠੀਕ ਹੈ,
ਅਸੀਂ ਇੱਕ ਵਾਰ ਦਿਖਾਣੇ ਆਪਣੇ ਦਰਸ਼ਕਾਂ ਨੂੰ ਕਿ ਕਿਹੜੇ ਅਹਿਮ ਪੁਆਇੰਟਸ ਨੇ ਜਿਹੜੇ ਖੇਤੀਬਾੜੀ ਨੂੰ ਲੈ ਕੇ ਐਲਾਨ ਕੀਤੇ ਗਏ ਨੇ। ਇੱਕ ਵਾਰ ਜੇਕਰ ਅਸੀਂ ਇਹ ਫੁੱਲ ਸਕਰੀਨ ਦਿਖਾ ਸਕੀਏ ਤਾਂ ਕਿ ਦਰਸ਼ਕਾਂ ਤੱਕ ਪਹੁੰਚੇ ਕਿ ਸਰਕਾਰ ਦੇ ਵੱਲੋਂ ਕਿਹੜੇ-ਕਿਹੜੇ ਐਲਾਨ ਕੀਤੇ ਗਏ ਨੇ। ਅਸੀਂ ਨਾਲ ਕੋਸ਼ਿਸ਼ ਕਰਾਂਗੇ ਕਿ ਨਾ ਸਿਰਫ ਐਗਰੀਕਲਚਰ ਬਲਕਿ ਇੰਡਸਟਰੀ ਦੇ ਲਈ ਕੀ ਹੈ, ਹੈਲਥ ਸੈਕਟਰ ਦੇ ਲਈ ਕੀ ਹੈ, ਐਜੂਕੇਸ਼ਨ ਸੈਕਟਰ ਦੇ ਲਈ ਕੀ ਹੈ, ਉਹ ਵੀ ਤੁਹਾਡੇ ਤੱਕ ਜ਼ਰੂਰ ਪਹੁੰਚੇ। ਇੱਕ ਵਾਰ ਤੁਹਾਨੂੰ ਦਿਖਾਣੇ ਆ ਕਿ ਖੇਤੀ ਉਤਪਾਦਾਂ ਦੇ ਲਈ ਕੀ ਕੁਝ ਐਲਾਨ ਕੀਤੇ ਗਏ ਨੇ ਇਸ ਬਜਟ ਦੇ ਵਿੱਚ। ਤੇ ਤੁਹਾਨੂੰ ਦੱਸ ਦਈਏ ਕਿ ਬਜਟ ਦੇ ਵਿੱਚ ਖੇਤੀਬਾੜੀ ਨੂੰ ਲੈ ਕੇ ਅਹਿਮ ਐਲਾਨ ਕੀਤੇ ਗਏ ਨੇ। ਐਗਰੀ ਇਨਫਰਾ ਡਿਵੈਲਪਮੈਂਟ ਸੈਸ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਐਗਰੀਕਲਚਰ ਇਨਫਰਾਸਟ੍ਰਕਚਰ ਫੰਡ ਬਣੇਗਾ, ਇਸ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਈਨੈਮ ਦੇ ਨਾਲ ਜੁੜਨਗੀਆਂ 1000 ਹੋਰ ਮੰਡੀਆਂ, ਇਸ ਦਾ ਐਲਾਨ ਕੀਤਾ ਗਿਆ ਹੈ। ਔਰ ਖੇਤੀ ਉਤਪਾਦਾਂ ਦੇ ਨਿਰਯਾਤ ਦੇ ਵਿੱਚ 22 ਹੋਰ ਫਸਲਾਂ ਦਾ ਨੂੰ ਐਡ ਕੀਤਾ ਗਿਆ। ਬਜਟ ਦੇ ਵਿੱਚ ਖੇਤੀਬਾੜੀ ਨੂੰ ਲੈ ਕੇ ਐਲਾਨ ਹੋਏ ਨੇ, तमाम ਐਲਾਨ ਹੋਏ ਨੇ, ਜਿਸ ਦੇ ਵਿੱਚ MSP ਦੇ ਵਿੱਚ ਵੀ ਪੂਰੇ ਸਿਸਟਮ ਦਾ ਬਦਲਾਅ ਕੀਤਾ ਗਿਆ ਹੈ ਔਰ ਲਾਗਤ ਤੋਂ 1.5 ਗੁਣਾ ਵੱਧ ਦੇਣ ਦੀ ਗੱਲ ਸਰਕਾਰ ਵੱਲੋਂ ਕਹੀ ਗਈ ਹੈ। ਔਰ ਕਣਕ ਖਰੀਦ ਦੇ ਲਈ 75 ਕਰੋੜ ਰੱਖੇ ਗਏ ਨੇ ਔਰ ਝੋਨੇ ਦੇ ਲਈ 1.72 ਲੱਖ ਕਰੋੜ ਰੁਪਏ ਰੱਖੇ ਗਏ ਨੇ। ਇਸ ਦੇ ਨਾਲ ਭੁਗਤਾਨ ਦੇ ਵਿੱਚ ਵੀ ਤੇਜ਼ੀ ਹੋਵੇਗੀ। ਇਸ ਗੱਲ ਦਾ ਵੀ ਜ਼ਿਕਰ ਬਜਟ ਦੇ ਵਿੱਚ ਵਿੱਤ ਮੰਤਰੀ ਵੱਲੋਂ ਕੀਤਾ ਗਿਆ ਹੈ। ਤਾਂ ਬਿਲਕੁਲ ਅਸੀਂ ਬਜਟ ਦੇ ਐਲਾਨ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ, ਨਾਲ ਡਿਸਕਸ ਕਰਨ ਦੀ ਕੋਸ਼ਿਸ਼ ਵੀ ਕਿ ਆਖਿਰ ਇਸ ਦਾ ਮਤਲਬ ਕੀ ਹੋਏਗਾ, ਆਖਿਰ ਇਸ ਦਾ ਇੰਪੈਕਟ ਕੀ ਹੋਏਗਾ ਕਿਸਾਨਾਂ ਦੇ ਉੱਤੇ ਜਾਂ ਫਿਰ ਐਗਰੀ ਇੰਡਸਟਰੀ ਦੇ ਉੱਤੇ। ਬਹੁਤ ਵੱਡੀ ਇੰਡਸਟਰੀ ਹੈ, ਸਿੱਧੇ ਤੌਰ ਦੇ ਉੱਤੇ ਜਿਹੜੇ ਬਹੁਤ ਵੱਡਾ ਸੈਕਟਰ ਹੈ, ਜਿਹੜੇ ਲੋਕ ਇਸ ਦੇ ਨਾਲ ਜੁੜੇ ਹੁੰਦੇ ਨੇ। ਇਹ ਵੀ ਅਸੀਂ ਜਾਣਦੇ ਹਾਂ ਕਿ ਦੇਸ਼ ਦੇ ਵਿੱਚ ਸਭ ਤੋਂ ਵੱਡਾ ਸੈਕਟਰ ਇਸ ਸਮੇਂ ਖੇਤੀ ਦਾ ਹੀ ਹੈ, ਕਿਸਾਨ ਹੀ ਨੇ। ਤਾਂ ਕਿ ਉਹਨਾਂ ਦੇ ਲਈ ਜੋ ਐਲਾਨ ਹੋਣੇ ਚਾਹੀਦੇ ਸੀ, ਜੋ ਬਜਟ ਰੱਖਿਆ ਜਾਣਾ ਚਾਹੀਦਾ ਸੀ, ਉਸ ਤਰੀਕੇ ਨਾਲ ਰੱਖਿਆ ਗਿਆ। ਇਹ ਅਸੀਂ ਸਭ ਜਾਣਨ ਦੀ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਸਮੇਂ। ਤਾਂ ਬਜਟ ਦੇ ਵਿੱਚ ਖੇਤੀਬਾੜੀ ਨੂੰ ਲੈ ਕੇ ਜਿਹੜੇ ਐਲਾਨ ਕੀਤੇ ਗਏ ਨੇ ਉਹ ਦਿਖਾ ਰਹੇ ਹਾਂ। ਐਗਰੀ ਇਨਫਰਾ ਡਿਵੈਲਪਮੈਂਟ ਸੈਸ ਦਾ ਐਲਾਨ ਕੀਤਾ ਗਿਆ ਹੈ। ਇਸ ਦਾ ਮਤਲਬ ਕੀ ਹੋਏਗਾ, ਕਿਹਨਾਂ ਦੇ ਉੱਤੇ ਸੈਸ ਲੱਗੇਗਾ, ਕਿਵੇਂ ਜਿਹੜਾ ਇਹ ਸੈਸ ਲਗਾ ਕੇ, ਕਿਉਂਕਿ ਇੱਕ ਤਰੀਕੇ ਨਾਲ ਇਹ ਇੰਪੈਕਟ ਆਮ ਲੋਕਾਂ ਤੇ ਹੋ ਸਕਦਾ ਹੈ ਜੇਕਰ ਐਗਰੀ ਇਨਫਰਾਸਟ੍ਰਕਚਰ ਡਿਵੈਲਪਮੈਂਟ ਸੈਸ ਹੈ ਤਾਂ ਇੱਕ ਤਰੀਕੇ ਨਾਲ ਟੈਕਸ ਹੈ ਇਹ, ਜਿਵੇਂ ਅਲੱਗ-ਅਲੱਗ ਟੈਕਸ ਜਾਂ ਸੈਸ ਲੱਗਦੇ ਨਜ਼ਰ ਆਏ ਨੇ। ਕਾਓ ਸੈਸ ਦਾ ਵੀ ਤੁਹਾਨੂੰ ਯਾਦ ਹੋਏਗਾ। ਤਾਂ ਇਸ ਤਰੀਕੇ ਨਾਲ APMC, ਈ ਮੰਡੀਆਂ ਜਾਂ ਫਿਰ ਕਿਸਾਨ ਲੋਨ ਦਾ ਜ਼ਿਕਰ ਕੀਤਾ ਗਿਆ। ਸਾਰੇ ਪੁਆਇੰਟਸ ਨੇ ਜਿਨ੍ਹਾਂ ਦੇ ਉੱਤੇ ਚਰਚਾ ਜਾਂ ਫਿਰ ਜਿਨ੍ਹਾਂ ਨੂੰ ਡਿਸਕਸ ਕਰਨ ਦੀ ਜ਼ਰੂਰਤ ਹੈ। ਕੀ ਕੁਝ ਬਜਟ ਦੌਰਾਨ ਕਿਹਾ ਹੈ ਨਿਰਮਲਾ ਸੀਤਾਰਮਨ ਕੇਂਦਰੀ ਖਜ਼ਾਨਾ ਮੰਤਰੀ ਨੇ, ਤੁਹਾਨੂੰ ਸੁਣਾਵਾਂਗੇ। ਅਸੀਂ ਸੁਣਾਵਾਂਗੇ ਕਿ ਖੇਤੀਬਾੜੀ ਦੇ ਲਈ ਇਸ ਸੈਕਟਰ ਦੇ ਲਈ ਕੀ ਕੁਝ ਐਲਾਨ ਕੀਤੇ ਗਏ ਨੇ, ਉਹ ਤੁਹਾਨੂੰ ਦੱਸਾਂਗੇ। ਇੱਕ ਛੋਟੇ ਜਿਹੇ ਬ੍ਰੇਕ ਦਾ ਵੇਲਾ ਹੋ ਚੱਲਿਆ ਹੈ। ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ। ਐਗਰੀਕਲਚਰ ਦੇ ਨਾਲ ਜਿਹੜੇ ਟੈਕਸ ਪੇਅਰਸ ਨੇ ਉਹਨਾਂ ਦੇ ਉੱਤੇ ਕੀ ਇੰਪੈਕਟ ਹੈ, ਜਿਹੜੇ ਹੈਲਥ ਸੈਕਟਰ ਦੇ ਨਾਲ ਲੋਕ ਜੁੜੇ ਹੋਏ ਨੇ ਉਹਨਾਂ ਦੇ ਲਈ ਕੀ ਇੰਪੈਕਟ ਹੈ। ਕੋਵਿਡ ਦੇ ਦੌਰਾਨ ਅਸੀਂ ਪਿਛਲਾ 1 ਸਾਲ ਬਿਤਾਇਆ ਤਾਂ ਕਿ ਵਾਕਈ ਸਰਕਾਰ ਨੇ ਇਸ ਵਾਰ ਹੈਲਥ ਸੈਕਟਰ ਦੇ ਉੱਤੇ ਕੋਈ ਵੱਡਾ ਐਲਾਨ ਕੀਤਾ ਹੈ, ਕਿਉਂਕਿ ਐਲਾਨ ਜਿਹੜੇ ਦਾਅਵੇ ਨੇ ਉਹ ਵੱਡੇ ਹੈਗੇ ਨੇ, ਉਹਨਾਂ ਦਾ ਕੀ ਇੰਪੈਕਟ ਹੋ ਸਕਦਾ ਹੈ ਉਹ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।